सत श्री अकाल जी। अज ना फिर तुहाडे लई दो प्रमुख हस्तियां जिन्हां ने पंजाबी साहित्य दे विच योगदान पाउणा शुरू कीता। साडे नाल ने प्रोफैसर आनंदवर्धन जी ते अवतार सिंह जी। कह लो कि पंजाबी दे विच इन्हां ने लगातार ना यतनशील ने पंजाबी जुबान दे लई ते बच्चिआं नूं भी पंजाबी दे प्रति जोड़ रहे ने। ते सर जी तुहाडीआं 3 किताबां लिखियां ने है ना, तुसीं 3 किताबां लिखियां ते लोग किताबां पढ़ नहीं रहे ते फिर भी इस दौर दे विच तुसीं किताबां लिख रहे हो। पहला तो मैं हरभेज सिद्धू जी का स्वागत करूँगा कि वो अपने बहुमूल्य समय जो समा कढ़ के तशरीफ लेके आए हैं। बड़ा धन्नवादी हाँ समूची टीम का जिन्हों ने तशरीफ लेके मेरे विचारों को दर्शकों तक पहुँचाने का एक उपराला किया जी। ਤੁਹਾਡਾ सवाल है जो बिल्कुल दुरुस्त है अपने हिसाब नाल कि जो अजकल पढ़न का रुझान बच्चों च या पाठक च पढ़न का रुझान जो है वो बहुत कह सकते भी ना मात्र की तरह ही है जी। पर फिर भी गल ये होंगी है साहित्यकार जो होंगे है हालांकि असी तो हजे बहुत नीचे थले लैवल पर हाँ साहित्यकार होना एक नाम ही बहुत बड़ा है जी, जी। पर गल ये होंगी है भी साडा यतन होंदा है असी यतन करिए ताकि चाहे कदे ना कदे क्योंकि पुस्तकां एक इहो जी पुस्तक ते एक मित्र चाहे थोड़े होण पर अच्छे होने चाहिए। साडी कोशिश है मेरी कोशिश ये रही है कि जे मैं अपने वालों यतन करूँगा तो जे यतन कोई पढ़न वाला कदे ना कदे कोई किसी के अंदर ये गल भावना पैदा होगी तो वो जरूर पढ़ेगा तो असी अपनी उस इच्छा नूं लैके चले हुए हैं। तो मैं जिहड़ा अपना साहित्यकारी का जो मार्ग है पेंड है वो निरंतर तय करने की कोशिश कर रहा। तुसीं मतलब किताबां तन लिखी किहड़े विषय ते लिखियां ने? मतलब मैं देख रहा आलोचना पक्ष लग रहा जी, जिवें सही हो माता जी। मेरिया जो किताबां का जो विषय है जी आलोचना का खेत्र चुनिया है। मैं नावल के उत्ते गल्प ਸਾਹਿਤ ਨੂੰ आधार बना के नावल ਨੂੰ ਤੇ मैं ਉਹਦੇ ਤੇ ਕੰਮ ਕੀਤਾ ਆਲੋਚਨਾ ਦਾ ਤੇ ਇਹਦੇ ਵਿੱਚ ਇੱਕ ਕਿਤਾਬ ਹੈ ਉਹ ਜੋ ਤੁਹਾਡੇ ਹੱਥ ਵਿੱਚ ਹੈ 94वें ਪੰਜਾਬੀ ਕਹਾਣੀ ਸੰਗ੍ਰਹਿ ਵਿਸ਼ਾਗਤ ਅਧਿਐਨ। ਇਹਦੇ ਵਿੱਚ ਮੈਂ 5 94 ਕਹਾਣੀਕਾਰ ਲੈ ਕੇ ਉਹਨਾਂ ਦੇ 94 ਜੇ ਕਹਾਣੀ ਸੰਗ੍ਰਹਿ ਸੀ ਉਹਨਾਂ ਸੰਗ੍ਰਹਿਾਂ ਨੂੰ ਆਧਾਰ ਬਣਾ ਕੇ ਮੈਂ ਉਹਦੇ ਤੇ ਆਪਣਾ ਜਿਹੜਾ ਆਲੋਚਨਾ ਦਾ ਕੰਮ ਕੀਤਾ ਤੇ ਅਗਲੀ ਕਿਤਾਬ ਸਰ ਜੋ ਹੈ ਉਹ ਹੈ ਗੁਰਮੇਲ ਮਰਾਹੜ ਦੀਆਂ ਕਹਾਣੀਆਂ ਦਾ ਆਲੋਚਨਾਤਮਕ ਅਧਿਐਨ। ਇਹਦੇ ਵਿੱਚ ਮੈਂ ਗੁਰਮੇਲ ਮਰਾਹੜ ਦੀਆਂ ਜਿੰਨੀਆਂ ਕਹਾਣੀਆਂ ਨੇ ਉਹਨਾਂ ਸਾਰੇ ਕਹਾਣੀਆਂ ਦੇ ਵਿੱਚ ਜੋ ਆਲੋਚਨਾਤਮਕ ਦ੍ਰਿਸ਼ਟੀ ਤੋਂ ਗੱਲ ਕੀਤੀ ਹੈ उन्होंने किमें एक किरती वर्ग का शोषण हो रहा है दलित समाज नूं किमें लिया जाता है किमें उन्हां दा घाण कीता जाता है जां साडियां जो सरकार दीयां मारू नीतियां ने उन्हां दा वो मतलब कि एक दलित का किमें शोषण करदियां ने ते इन्हां गल्लां दा जो उन्होंने गल कीती है मैं उहदा आधार बना के अपनी जिहड़ी है वो साहित्य सिरजना कीती है। एक ना साडे मालवे दा कह लो कि साडे पिंडां दा शिंगार ਸਾਹਿਤਕਾਰ ਸ਼ਬਚਰਨ ਜੱਗੀ ਕੁੱਸਾ ਜੀ ਹੈ ਨਾ ਜੀ ਬਿਲਕੁਲ ਤੇ ਇਹਨਾਂ ਦੇ ਵੀ ਤੁਸੀਂ ਨਾਵਲਾਂ ਦੀ ਪੇਂਡੂ ਜੀਵਨ ਦੀ ਪੇਸ਼ਕਾਰੀ ਕਿਤਾਬ ਦਾ ਨਾਮ ਸ਼ਬਚਰਨ ਜੱਗੀ ਕੁੱਸਾ ਦੇ ਨਾਵਲਾਂ ਵਿੱਚ ਪੇਂਡੂ ਜੀਵਨ ਦੀ ਪੇਸ਼ਕਾਰੀ ਤੇ ਇਹਦੇ ਬਾਰੇ ਤੁਸੀਂ ਕੀ ਖਾਸ ਲਿਖਿਆ ਮਤਲਬ ਉਹਨਾਂ ਦੇ ਪ੍ਰਤੀ? ਸ਼ਿਵਚਰਨ ਜੱਗੀ ਕੁੱਸਾ ਜਿਹੜੇ ਨੇ ਬੜੇ ਨਾਮਵਰ ਪ੍ਰਸਿੱਧ ਇਹੋ ਜਿਹੇ ਇੱਕ ਨਾਵਲਕਾਰ ਨੇ ਜਿਹੜੇ ਵਿਦੇਸ਼ ਦੀ ਧਰਤੀ ਤੇ ਰਹਿੰਦੇ ਹੋਏ ਵੀ ਪੰਜਾਬੀ ਸਾਹਿਤ ਲਈ ਉਹ ਕੰਮ ਕਰ ਰਹੇ ਹੈ ਜੋ ਸ਼ਾਇਦ ਅਸੀਂ ਉਰੇ ਰਹਿ ਕੇ ਨਾ ਕਰ ਸਕੀਏ। ਉਹਨਾਂ ਦਾ ਇਹ ਯਤਨ ਹੈ ਉਹ ਪੰਜਾਬ ਕਿਉਂਕਿ ਪੰਜਾਬ ਦੇ ਵਸਨੀਕ ਰਹੇ ਆ ਉਹ ਅੱਜ ਬੇਸ਼ੱਕ ਉਹ ਪ੍ਰਵਾਸ ਕਰ ਗਏ ਨੇ ਪਰ ਫਿਰ ਵੀ ਉਹ ਪੰਜਾਬ ਨੂੰ ਬੇਲੋੜਾ ਪਿਆਰ ਕਰਦੇ ਹੈ। ਉਹਨਾਂ ਦਾ ਜਿਹੜਾ ਸਾਹਿਤ ਦਾ ਮਾਧਿਅਮ ਹੈ ਜੋ ਸਾਹਿਤ ਸਿਰਜਣ ਦੀ ਕਲਾ ਹੈ ਉਹਦੇ ਚੋਂ ਗੱਲ ਜੇ ਕਰਦੇ ਤਾਂ ਉਹ ਮਤਲਬ ਕਿ ਸਾਡੇ ਸਮਾਜ ਦੇ ਵਿੱਚ ਉਹ ਭ੍ਰਿਸ਼ਟ ਚਾਹੇ ਉਹ ਭ੍ਰਿਸ਼ਟ ਕੋਈ ਅਫਸਰ ਹੈ ਉਹ ਰਿਸ਼ਵਤ ਲੈ ਰਿਹਾ ਹੈ ਕੋਈ ਭ੍ਰਿਸ਼ਟ ਕੋਈ ਮੁਲਾਜ਼ਮ ਹੈ ਉਹ ਰਿਸ਼ਵਤ ਲੈ ਰਿਹਾ ਹੈ ਜਾਂ ਕਿਸੇ ਗਰੀਬ ਦਾ ਸ਼ੋਸ਼ਣ ਹੋ ਰਿਹਾ ਹੈ ਕੋਈ ਕਿਸਾਨ ਹੈ ਉਹ ਵਿਚਾਰਾ ਦਰ ਦੀਆਂ ਠੋਕਰਾਂ ਖਾ ਰਿਹਾ ਹੈ ਇੰਨੀ ਤੰਗੀਆਂ ਤੁਰਸ਼ੀਆਂ ਦਾ ਜੀਵਨ ਬਤੀਤ ਕਰ ਰਿਹਾ ਹੈ। ਇਹ ਉਹਨਾਂ ਨੂੰ ਆਧਾਰ ਬਣਾ ਕੇ ਉਹਦੇ ਤੇ ਸਾਹਿਤ ਸਿਰਜਣਾ ਕਰਦੇ ਹੈ ਤੇ ਮਤਲਬ ਕਿ ਉਹਨਾਂ ਦੇ ਜਿੰਨੇ ਨਾਵਲ ਨੇ ਸਾਰਿਆਂ ਦੇ ਵਿੱਚ ਜਿਹੜੇ ਉਹਨਾਂ ਦੇ ਪਾਤਰ ਨੇ ਉਹ ਬੇਸ਼ੱਕ ਉਹ ਪਾਤਰ ਉਹਨਾਂ ਦੇ ਚਾਹੇ ਉਹ ਕਾਮਾ ਵਰਗ ਦਾ ਪਾਤਰ ਹੈ ਚਾਹੇ ਉਹ ਪੇਂਡੂ ਵਰਗ ਹੈ ਜਾਂ ਸ਼ਹਿਰੀ ਵਰਗ ਹੈ ਮੱਧ ਵਰਗੀ ਤਾਂ ਉਹਨਾਂ ਦੇ ਪਾਤਰ ਨੇ ਜਿਹੜੇ ਉਹ ਆਪਣੇ ਬੁਲੰਦੀਆਂ ਦੇ ਝੰਡੇ ਜਿਹੜੇ ਉਹ ਗੜਦੇ ਹੈ ਤੇ ਉਹ ਮਤਲਬ ਕਿ ਆਪਣੀ ਕੋਝੀਆਂ ਹਰਕਤਾਂ ਨੂੰ ਮਤਲਬ ਕਿ ਇਹ ਨਾਵਲ ਦੇ ਵਿੱਚ ਉਹ ਪੇਸ਼ ਕਰਦੇ ਆ। ਮੈਂ ਉਹਨਾਂ ਦੇ ਉਦਾਹਰ ਬਣਾ ਕੇ ਜਿਹੜੀ ਹੈ ਆਲੋਚਨਾ ਕੀਤੀ ਹੈ ਉਹਨਾਂ ਦੇ ਨਾਵਲ। ਮੈਂ ਪ੍ਰੋਫੈਸਰ ਅਵਤਾਰ ਸਿੰਘ ਨੂੰ ਪੁੱਛੂੰਗਾ ਵੀ ਤੁਸੀਂ ਰੋਜ਼ ਬੱਚਿਆਂ ਨੂੰ ਪੜ੍ਹਾਉਂਦੇ ਹੋ ਨਾ ਤੇ ਕੀ ਉਹਨਾਂ ਦੇ ਵਿੱਚੋਂ ਕੋਈ ਲੱਗਿਆ ਵੀ ਉਹਨਾਂ 'ਚ ਚਣਗ ਹੈ ਐਸੀ ਵਿੱਚ ਸਾਹਿਤ ਪ੍ਰਤੀ ਜੁੜਨ ਵਾਲੀ? ਕੁਝ ਤਾਂ ਹੈ ਮਾਰੂਥਲ ਦੇ ਵਿੱਚ ਹਰਿਆ ਬੂਟਾ ਕੋਈ ਨਜ਼ਰ ਆਇਆ ਤੁਹਾਨੂੰ? ਹਰਪੇਜ ਜੀ ਮਸਲਾ ਇਹ ਆ ਕਿ ਆਪਾਂ ਜੇ ਅੱਜ ਦੇ ਦੌਰ ਦੀ ਗੱਲ ਕਰਦੇ ਹਾਂ ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ ਤੇ ਉੱਥੇ ਸਾਡੇ ਅਸੀਂ ਮਾਸਟਰ ਡਿਗਰੀ ਨੂੰ ਵੀ ਐਮਏ ਦੇ ਬੱਚਿਆਂ ਨੂੰ ਵੀ ਪੜ੍ਹਾਉਣੇ ਆ ਤੇ ਬੀਏ ਦੇ ਵਿਦਿਆਰਥੀ ਵੀ ਸਾਡੇ ਕੋਲ ਪੜ੍ਹਦੇ ਹਨ ਜੀ।
ਹੁਣ ਮਸਲਾ ਇਹ ਆ ਕਿ ਕੰਮ ਲੋਕ ਸੌਖਾ ਲੱਭਦੇ ਆ, ਜਿਹੜਾ ਕੰਮ ਕਿ ਸੌਖੇ ਤਰੀਕੇ ਨਾਲ ਸਾਡਾ ਮਸਲਾ ਹੱਲ ਹੋ ਸਕੇ ਜੀ, ਉਸ ਦੇ ਵਿੱਚ ਜਿਹੜੇ ਵਿਦਿਆਰਥੀ ਵੀ ਆ ਉਹ ਪੈਸਾ ਜਿਹੜਾ ਕਿਤਾਬਾਂ ਦੇ ਉੱਤੇ ਖਰਚਣ ਦੀ ਬਜਾਏ ਜੀ, ਉਹ ਆਪਣਾ ਫੋਨ ਦੇ ਉੱਤੇ ਜਾਂ ਤਕਨੀਕ ਦੇ ਉੱਤੇ ਪੈਸਾ ਜ਼ਿਆਦਾ ਮਤਲਬ ਖਰਚਣਾ ਪਸੰਦ ਕਰਦੇ ਆ, ਮੋਬਾਈਲਾਂ ਦੇ ਖਰਚੇ ਜ਼ਿਆਦਾ। ਹਾਂ, ਤੇ ਦੂਸਰੀ ਜਿਹੜੀ ਗੱਲ ਹੈਗੀ, ਤੇ ਸਾਨੂੰ ਵੀ ਮਤਲਬ ਇਸ ਤਰ੍ਹਾਂ ਦੇ ਜਿਹੜੇ ਹੈਗੇ ਜਿਹੜੇ ਸਾਡੇ ਵਿਦਿਆਰਥੀ ਹੁੰਦੇ ਆ ਉਹ ਸਾਨੂੰ ਇਹ ਕਹਿੰਦੇ ਆ ਕਿ ਵੀ ਸਾਨੂੰ PDF ਸੈਂਡ ਕਰ ਦਿਓ ਜੀ, ਜਦ ਕਿ ਜਿਹੜਾ ਇਹ ਕੋਈ ਵਧੀਆ ਸਾਧਨ ਨਹੀਂ ਹੈ। ਇਸ ਨਾਲ ਜਿਹੜਾਗਾ ਸਾਡੇ ਸਾਹਿਤ ਨੂੰ ਜਿਹੜਾਗਾ ਮਾਰੂ ਪ੍ਰਭਾਵ ਤੋਂ ਬਚਾਇਆ ਨਹੀਂ ਜਾ ਸਕਦਾ, ਬਹੁਤ ਜ਼ਿਆਦਾ ਘਾਟਾ ਪੈ ਰਿਹਾ ਤੇ ਇਸ ਤੋਂ ਬਚਾਉਣ ਦੇ ਲਈ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਹੈਗਾ ਸਾਹਿਤਕ ਹਲਕਿਆਂ ਦੇ ਵਿੱਚ ਜੀ ਸਭ ਨੂੰ ਯਤਨ ਕਰਨਾ ਪਏਗਾ। ਤੇ ਇਕੱਲਾ ਮੈਂ ਕਹਿ ਸਕਦਾ ਕਿ ਜੇ ਸੋਚੀਏ ਵੀ ਸਾਹਿਤਕਾਰ ਹੀ ਨਹੀਂ ਕਿ ਇੱਕ ਜਿਹੜਾ ਪਾਠਕ ਵਰਗ ਹੈ ਉਹਨੂੰ ਵੀ ਇੱਕ ਹੰਬਲਾ ਮਾਰਨ ਦੀ ਜ਼ਰੂਰਤ ਹੈ, ਉਹਨੂੰ ਜੁੜਨ ਦੀ ਜ਼ਰੂਰਤ ਹੈ। ਇਹ ਮੈਨੂੰ ਲੱਗਦਾ ਵੀ ਇਸ ਤਰੀਕੇ ਨਾਲ ਮਾਰੂਥਲ ਦੇ ਵਿੱਚ ਜਿਹੜੀ ਤੁਸੀਂ ਗੱਲ ਕਰਦੇ ਹੋ ਹਰਭੇਜ ਜੀ, ਬੂਟਾ ਹਰਿਆ ਭਰਿਆ ਸਿਰਫ ਕਰਨ ਦੀ ਇਹ ਨਹੀਂ ਸਗੋਂ ਉਸ ਨੂੰ ਵੱਡਾ ਹੋ ਕੇ ਉਹ ਫਲ ਵੀ ਦੇਗਾ ਜੀ, ਇਸ ਤਰ੍ਹਾਂ ਸੋਚਦੇ। ਬਿਲਕੁਲ ਨਾ, ਜਿਵੇਂ ਮੈਂ ਦੇਖਦਾ ਵੀ ਤੁਸੀਂ ਠੀਕ ਆ ਕਿ ਫਾਈਨੈਂਸ਼ੀਅਲੀ ਤੌਰ ਤੇ ਅਫੋਰਡ ਕਰਦੇ ਹੋਵੋਗੇ ਹਨਾ, ਕਿਤਾਬਾਂ ਛਪਾ ਲਈਆਂ, ਪਰ ਬਹੁਤ ਸਾਰੇ ਲਿਖਾਰੀ ਰਾਈਟਰ ਸਾਡੇ ਇਦਾਂ ਦੇ ਨੇ ਜਿਹੜੇ ਕਿਤਾਬ ਵੀ ਨਹੀਂ ਛਪਾ ਸਕਦੇ ਕਿਉਂਕਿ ਉਹ ਲੈਣੀ ਕਿਤਾਬ ਛਪਾਉਣ ਵੀ ਕਿਹੜੇ ਹੀਲੇ ਨਾਲ ਵੀ ਉਹ ਲੈਂਦਾ ਹੀ ਕੋਈ ਨਹੀਂਗਾ ਹਨਾ। ਇਹ ਬਹੁਤ ਵੀ ਦਰਸ਼ਕੋ ਮੇਰੀ ਨਾ ਤੁਹਾਡੇ ਅੱਗੇ ਵੀ ਗੁਜ਼ਾਰਿਸ਼ ਆ ਯਾਰ, ਨਰਿੰਦਰ ਸਿੰਘ ਕਪੂਰ ਲਿਖਦੇ ਜਿਵੇਂ ਗਲਤ ਨਾ ਹੋਵਾਂ ਵੀ ਘਰ ਦੇ ਵਿੱਚ ਅਗਰ ਸਭ ਤੋਂ ਸੋਹਣੀ ਸਜਾਵਟ ਨੇ ਤਾਂ ਉਹ ਕਿਤਾਬਾਂ ਨੇ ਹਨਾ। ਕਿਤਾਬ ਘਰੇ ਪਈ ਆ, ਤੁਸੀਂ ਨਾ ਪੜੋਗੇ, ਹੋ ਸਕਦਾ ਤੁਹਾਡੇ ਜਵਾਕ ਪੜ੍ਹ ਲੈਣ, ਹੋ ਸਕਦਾ ਤੁਹਾਡੇ ਬਜ਼ੁਰਗ ਪੜ੍ਹ ਲੈਣ ਅਗਰ ਵਿਹਲਾ ਸਮਾਂ ਮਿਲਿਆ, ਕਿਉਂਕਿ ਤਕਨੀਕ ਦੀ ਜੋ ਗੱਲ ਹੋਈ ਹੈ ਨਾ, ਕਿਉਂਕਿ ਰੋਜ਼ ਅਸੀਂ ਫੋਨਾਂ ਤੇ ਹੀ ਵਿਚਰਦੇ ਹਾਂ ਜੀ, ਤੇ ਉਹਦੀ ਲਾਈਟਿੰਗ ਵੀ ਸਾਡੇ ਲਈ ਕਿਤੇ ਨਾ ਕਿਤੇ ਮਾੜਾ ਪ੍ਰਭਾਵ ਪਾਉਂਦੀ ਆ। ਸਹੀ ਗੱਲ ਹੈ। ਤੇ ਕਿਤਾਬਾਂ ਵਿਦਵਤਾ ਦਾ ਵੀ ਸਬੂਤ ਆ ਹਨਾ, ਘਰ ਦੇ ਵਿੱਚ ਉਹ ਵੀ ਯਾਰ ਚਾਰ ਪਈਆਂ ਹੁਣ ਸੋਹਣੀਆਂ ਵੀ ਲੱਗਦੀਆਂ ਹਨਾ, ਤੇ ਪਈਆਂ ਨੂੰ ਤਾਂ ਪੜ੍ਹ ਵੀ ਲੈਂਦਾ। ਸਹੀ ਗੱਲ ਹੈ। ਤੇ ਵਰਦਨ ਸਾਹਿਬ ਇੱਕ ਨਾ ਕਿਤਾਬ ਤੁਹਾਡੇ ਕੋਲ ਸ਼ਬਦ ਜੱਗੀ ਕੁੱਸਾ, ਮੈਂ ਇਹਨਾਂ ਦੇ ਨਾਵਲ ਕਈ ਪੜ੍ਹਿਆ, ਪੇਂਡੂ ਜੀਵਨ ਦੀ ਜਮਾ ਠੇਠ ਬੋਲੀ ਹੁੰਦੀ ਆ। ਮਾਲਵੇ ਦਾ ਮੈਂ ਤਾਂ ਸਿਰੇ ਦਾ ਲਿਖਾਰੀ ਮੰਨਦਾ, ਸਹੀ ਗੱਲ ਹੈ। ਤੇ ਬੋਲੀ ਇਹਨਾਂ ਦੀ ਜਮਾ ਠੇਠ ਹੁੰਦੀ ਆ, ਵੀ ਥਾਣੇਦਾਰ ਜਿਵੇਂ ਗੱਲ ਕਰਦਾ ਹੁੰਦਾ ਥਾਣੇ ਦੇ ਵਿੱਚ ਤੇ ਉਵੇਂ ਹੀ ਲਿਖਿਆ ਹੁੰਦਾ ਬਿਲਕੁਲ ਹਨਾ। ਤੇ ਇਹ ਫਿਰ ਕਿਤਾਬ ਦੇ ਵਿੱਚ ਤੁਸੀਂ ਲੱਗਿਆ ਕਿਹੜੇ ਕਿਹੜੇ ਦੇ ਵਿਸ਼ੇਸ਼ ਹੋਏ ਉਹਨਾਂ ਨੂੰ ਜਾਂ ਕੀ ਆਲੋਚਨਾ ਪੱਖ ਲੱਗਦਾ ਵੀ ਇਹਨਾਂ ਨੂੰ ਨਾ ਪੱਖੀ ਤੇ ਹਾਂ ਪੱਖੀ ਨਜ਼ਰ ਆਇਆ? ਦੇਖੋ ਇਹਨਾਂ ਦਾ ਜਿਹੜੇ ਮੇਰੇ ਵੈਸੇ ਤਾਂ ਪਾਠਕ ਦੀ ਇੱਕ ਦ੍ਰਿਸ਼ਟੀ ਹੁੰਦੀ ਹੈ ਜੀ, ਹਰ ਪਾਠਕ ਦੀ ਇੱਕ ਸੋਚਣ ਦੀ ਵੱਖਰੀ ਦ੍ਰਿਸ਼ਟੀ ਹੁੰਦੀ ਹੈ, ਸਾਹਿਤਕਾਰ ਉਹਨੂੰ ਕਿਵੇਂ ਕਹਿ ਰਿਹਾ ਤੇ ਪਾਠਕ ਉਹਨੂੰ ਕਿਵੇਂ ਗ੍ਰਹਿਣ ਕਰ ਰਿਹਾ ਜੀ, ਇਹ ਆਪੋ ਆਪਣਾ ਵੱਖਰਾ ਵੱਖਰਾ ਵਿਸ਼ਾ ਹੈ। ਲੇਕਿਨ ਜੋ ਮੈਨੂੰ ਲੱਗਿਆ ਹਰਭੇਜ ਜੀ, ਮੈਨੂੰ ਇਹਦੇ 'ਚ ਲੱਗਿਆ ਇੱਕ ਤਾਂ ਇਹਨਾਂ ਦੀ ਇਹ ਹੈ ਵੀ ਜੱਗੀ ਕੁੱਸਾ ਜੀ ਨੇ ਜਿਹੜੇ ਉਹ ਮਤਲਬ ਕਿ ਉਹਨਾਂ ਦੀ ਬੇਬਾਕ ਕਹਿਣੀ ਹੈ, ਉਹ ਬੇਬਾਕ ਬੋਲ ਚਾਲ ਦੇ ਮਾਲਕ ਨੇ, ਬੇਬਾਕ ਗੱਲ ਜੋ ਕਹਿਣੀ ਹੈ ਉਹ ਕਹਿ ਹੀ ਦੇਣੀ ਹੈ, ਉਹਦੇ ਤੇ ਕੋਈ ਬਿੰਗਵਲ ਨਹੀਂ ਜਾਂ ਉਹਨੂੰ ਕਿਸੇ ਵਿਅੰਗਾਤਮਕ ਦ੍ਰਿਸ਼ਟੀ ਨਾਲ ਕਹਿਣਾ ਹੋਵੇ, ਮੈਨੂੰ ਨਹੀਂ ਲੱਗਦਾ ਵੀ ਉਹ ਸਿੱਧੀ ਗੱਲ ਕਰਦੇ ਆ ਸਪਾਟ। ਦੂਸਰੀ ਗੱਲ ਇਹ ਹੈ ਉਹਨਾਂ ਨੇ ਇਹਦੇ ਵਿੱਚ ਜੇ ਬਹੁਤੀ ਗੱਲ ਕੀਤੀ ਹੈ, ਕਈ ਨਾਵਲ ਨੇ ਜਿਵੇਂ ਉਹਨਾਂ ਨੇ ਜੱਟ ਵੱਡਿਆ ਬੋੜ ਦੀ ਛਾਵੇਂ ਜਾਂ ਟੋਬੇ ਫੂਕ ਜਾਂ ਉਸ ਤੋਂ ਬਾਅਦ ਬਾਰੀ ਕੋਹੀ ਬਲਦਾ ਦੀਵਾ, ਤਕਰੀਬਨ ਜਿਹੜੇ ਨਾਵਲ ਨੇ ਉਹਨਾਂ 'ਚ ਇੱਕ ਤਾਂ ਉਹਨਾਂ ਸ਼ਰੀਕੇਬਾਜ਼ੀ ਨੂੰ ਆਧਾਰ ਬਣਾਇਆ, ਪਿੰਡਾਂ 'ਚ ਸ਼ਰੀਕੇਬਾਜ਼ੀ ਹੈ, ਉਹਨਾਂ ਦੇ ਘਰ ਬਰਬਾਦ ਹੋ ਜਾਂਦੇ ਆ, ਇੱਕ ਪੀੜ੍ਹੀ ਦੂਜੀ ਪੀੜ੍ਹੀ ਨੂੰ ਕਿਵੇਂ ਖਤਮ ਕਰ ਦਿੰਦੀ ਹੈ, ਇੱਕ ਘਰ ਦੂਜੇ ਨੂੰ ਬਰਬਾਦ ਕਰ ਦਿੰਦਾ ਹੈ, ਜਾਂ ਔਰਤ ਦੀ ਜਿਸ ਘਰ 'ਚ ਚੱਲਦੀ ਹੈ ਜੇ ਔਰਤ ਨੂੰ ਅੱਗੇ ਕਰ ਦਿੱਤਾ ਗਿਆ ਤਾਂ ਕਈ ਵਾਰ ਕੀ ਔਰਤ ਗਲਤ ਫੈਸਲਾ ਲੈ ਲੈਂਦੀ ਹੈ ਤੇ ਉਹ ਜਿਹੜਾ ਪੂਰੇ ਪਰਿਵਾਰ ਨੂੰ ਉਹ ਲੈ ਕੇ ਬੈਠ ਜਾਂਦੀ ਹੈ ਗੱਲ। ਤੇ ਇਸ ਕਰਕੇ ਦੂਜੀ ਗੱਲ ਇਹਨਾਂ ਨੇ ਜਿਹੜੀ ਕੀਤੀ ਹੈ, ਜੇ ਜਿਵੇਂ ਕੋਈ ਬੋਲਦਾ ਹੈ, ਜੇ ਕੋਈ ਥਾਣੇ 'ਚ ਥਾਣੇਦਾਰ ਹੈ ਉਹ ਕਿਸ ਅੰਦਾਜ਼ ਨਾਲ ਗੱਲ ਕਰ ਰਿਹਾ ਹੈ, ਇਹਨਾਂ ਨੇ ਉਹੀ ਅੰਦਾਜ਼ ਨੂੰ ਅਡਾਪਟ ਕੀਤਾ ਹੈ ਬਿਲਕੁਲ। ਇਹ ਮਤਲਬ ਕਿ ਇਹਨਾਂ ਕੋਲ ਇਹ ਜਿਹਾ ਵਿਅੰਗ ਦਾ ਇੱਕ ਇਹੋ ਜਿਹਾ ਨਸ਼ਤਰ ਹੈ, ਇਹੋ ਜਿਹਾ ਹਥਿਆਰ ਹੈ ਜਿਹਦੇ ਨਾਲ ਇਹ ਸਮਾਜ ਦੀਆਂ ਕੋਝੀਆਂ ਹਰਕਤਾਂ ਤੇ ਉਂਗਲ ਧਰਦੇ ਹੈ। ਮੈਂ ਜਿੱਥੇ ਤੱਕ ਮਹਿਸੂਸ ਕੀਤਾ ਹੈ ਜੱਗੀ ਕੁੱਸਾ ਜੀ, ਮਤਲਬ ਮੈਨੂੰ ਜਿੱਥੇ ਤੱਕ ਮੈਨੂੰ ਲੱਗਿਆ ਕਿ ਉਹਨਾਂ ਦੇ ਨਾਵਲ ਨੇ ਜਿਹੜੇ ਉਹ ਸਾਨੂੰ ਪੂਰਾ ਪੰਜਾਬ, ਜੇ ਕੋਈ ਬੰਦਾ ਬਾਹਰ ਦਾ ਵੀ ਹੈ ਪ੍ਰਵਾਸੀ ਹੈ ਤੇ ਉਹ ਇਹਨਾਂ ਦੇ ਨਾਵਲ ਪੜ੍ਹ ਕੇ ਮੈਨੂੰ ਲੱਗਦਾ ਵੀ ਉਹ ਪੰਜਾਬ ਦੀ ਕੋਈ ਵੀ ਕਿਸੇ ਪੱਖ ਤੋਂ ਛੂਤਾ ਰਹਿ ਜਾਏਗਾ, ਸਾਰੇ ਪੱਖਾਂ ਦਾ ਇਹ ਵਿਵੇਚਨ ਇਹਨਾਂ ਦੇ ਨਾਵਲਾਂ 'ਚ ਮਿਲਦਾ ਹੈ। ਤੇ ਮੈਂ ਤਾਂ ਪ੍ਰਮਾਤਮਾ ਨੂੰ ਇਹੀ ਅੱਗੇ ਅਰਦਾਸ ਕਰੂੰਗਾ ਕਿ ਜੱਗੀ ਕੁੱਸਾ ਜੀ ਸਾਹਿਤ ਦੇ ਖੇਤਰ ਹੋਰ ਵੀ ਬੁਲੰਦੀਆਂ ਹਾਸਲ ਕਰਨ। ਬਿਲਕੁਲ ਮਾਣ। ਇੱਕ ਨਾ ਵੱਡੀ ਇਹਨਾਂ ਦੇ ਕਾਰਨ ਇਹ ਕਿ ਪੇਂਡੂ ਜੀਵਨ ਨੇ ਹੰਢਾਇਆ ਵੀ ਹੋਊਗਾ ਕਿਤੇ ਨਾ ਕਿਤੇ, ਕਿਉਂਕਿ ਪੇਂਡੂ ਹਕੀਕਤਾਂ ਨੇ ਇਹਨਾਂ ਦੇ ਨਾਵਲਾਂ ਦੇ ਵਿੱਚ, ਮੈਂ ਕਹ ਲਓ ਕਿ ਸਾਹਿਤ ਪੜ੍ਹਿਆ ਵਾ ਪਰ ਹੌਸਲਾ ਜ਼ਿਆਦਾ ਨਹੀਂ ਪੜ੍ਹਿਆ, ਤੇ ਪੇਂਡੂ ਹਕੀਕਤਾਂ ਨਜ਼ਰ ਆਈਆਂ ਜਿੱਥੋਂ ਤੱਕ ਮੈਂ ਇਹਨਾਂ ਦੀ ਪੜ੍ਹਿਆ। ਤੇ ਇੱਕ ਹੋਰ ਆਖਰ ਤੇ ਸਵਾਲ ਵੀ, ਅਗਰ ਕਿਸੇ ਦਰਸ਼ਕ ਨੇ ਤੁਹਾਡੀ ਕਿਤਾਬ ਲੈਣੀ ਹੋਵੇ ਜੀ ਤੇ ਕਿਵੇਂ ਪ੍ਰਾਪਤ ਕਰ ਸਕਦਾ? ਦੇਖੋ ਪਹਿਲੀ ਗੱਲ ਤਾਂ ਮੈਂ ਤੁਹਾਡਾ ਧੰਨਵਾਦੀ ਹਾਂ, ਤੁਸੀਂ ਮੈਸੇਜ ਇੱਕ ਆਪਣੇ ਦਰਸ਼ਕਾਂ ਨੂੰ ਮਤਲਬ ਕਿ ਮੈਸੇਜ ਇੱਕ ਇਹੋ ਜਿਹਾ ਮੈਸੇਜ ਦਿੱਤਾ ਹੈ, ਜਾਂ ਪਾਠਕ ਕਹਿ ਸਕਦੇ ਹਾਂ ਪਾਠਕਾਂ ਨੂੰ ਕਿ ਉਹ ਪੁਸਤਕਾਂ ਪੜ੍ਹਨ ਦੇ ਨਾਲ ਜੁੜਨ।
ਸਾਡੇ ਪਾਠਕ ਦਰਸ਼ਕ ਬਹੁਤ ਸਿਆਣੇ ਨੇ, ਬਿਲਕੁਲ ਕਿਉਂਕਿ ਜੋ ਵੀ ਚੈਨਲ ਤੇ ਜੁੜੇ ਆ ਜਾਂ ਉਹ ਹਿਸਟਰੀ ਨੂੰ ਪਿਆਰ ਕਰਨ ਵਾਲੇ ਆ ਉਹ ਤਕਰੀਬਨ ਸਾਰੇ ਸਾਹਿਤ ਨੂੰ ਸਮਝਦੇ ਆ ਜੀ। ਕਿਉਂਕਿ ਜੋ ਅੱਛਾ ਪਾਠਕ ਹੈ ਨਾ, ਜੋ ਪਾਠਕ ਹੈ ਅਸਲ 'ਚ, ਉਹ ਇਹ ਨਹੀਂ ਹੋ ਸਕਦਾ ਉਹ ਕਿਸੇ ਪੁਸਤਕ ਨੂੰ ਨਾ ਪੜ੍ਹੇ, ਉਹਦੀ ਕੋਸ਼ਿਸ਼ ਹੋਏਗੀ। ਤੇ ਇਹ ਕਿਤਾਬਾਂ ਨੇ ਜਿਹੜੀਆਂ ਸੰਗਮ ਪਬਲੀਕੇਸ਼ਨ ਸਮਾਣਾ ਤੋਂ ਛਪੀਆਂ ਹੋਈਆਂ ਨੇ ਜੀ। ਇਹ ਮਤਲਬ ਕਿ ਉਹਨਾਂ ਨਾਲ ਤੁਸੀਂ ਉਹਨਾਂ ਦੇ WhatsApp ਨੰਬਰ ਤੇ ਇਹ ਪੁਸਤਕਾਂ ਦੇ ਨੰਬਰ ਦਿੱਤੇ ਹੋਏ ਆ ਤੇ ਉਸ ਤੋਂ ਬਾਅਦ ਉਹਨਾਂ ਨਾਲ ਸੰਪਰਕ ਕਰਕੇ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ ਜੀ। ਤੇ ਮਤਲਬ ਕਿ ਉਹਨਾਂ ਦਾ ਜਿਹੜਾ ਸੰਗਮ ਪਬਲੀਕੇਸ਼ਨ ਦਾ ਜੋ ਉਹਨਾਂ ਦਾ ਵਰਕ ਹੈ, ਪੁਸਤਕ ਛਾਪਣ ਦੀ ਕਲਾ, ਬੜਾ ਅੱਛਾ ਉਹਨਾਂ ਦੀ ਦਿੱਖ ਹੈ, ਬੜੇ ਵਧੀਆ ਪੇਜ ਵਗੈਰਾ ਉਹਨਾਂ ਨੇ ਵਧੀਆ ਵਰਤੇ ਹੈ, ਬਹੁਤ ਚੰਗੇ ਰਾਈਟਰ ਛਾਪੇ ਉਹਨਾਂ ਦੇ ਨਾਮੀ ਗੁਰਭੇਜ ਜੀ, ਉਹਨਾਂ ਦੇ ਨਾਮੀ ਜਿਹੜੇ ਸਾਡੇ ਸਾਹਿਤਕਾਰ ਨੇ ਜਸਵੰਤ ਸਿੰਘ ਕਮਲ ਵਰਗੇ, ਉਹਨਾਂ ਦੇ ਤਕਰੀਬਨ ਕਮਲ ਦੀਆਂ ਤੇ ਜੱਗੀ ਕੁੱਸਾ ਜੀ ਦੀਆਂ ਸਾਰੀਆਂ ਪੁਸਤਕਾਂ ਸੰਗਮ ਪਬਲੀਕੇਸ਼ਨ ਤੋਂ ਪ੍ਰਕਾਸ਼ਿਤ ਹੋਈਆਂ ਨੇ। ਇਸ ਵਕਤ ਦਰਸ਼ਕ ਤੁਹਾਨੂੰ ਦੱਸਦਾ, ਮੈਂ ਪਹਿਲਾਂ ਸ਼ੁਰੂ 'ਚ ਦੱਸਣਾ ਭੁੱਲ ਗਿਆ ਸੀ, ਸੁਨਾਮ ਦੇ ਵਿੱਚ ਤੇ ਪਿੰਡ ਤੁਹਾਨੂੰ ਪਤਾ ਹੀ ਆ ਵੀ ਕਿਹੜੇ ਯੋਧੇ ਦਾ ਪਿੰਡ ਆ, ਸਰਦਾਰ ਊਧਮ ਸਿੰਘ ਜੀ ਉਹਨਾਂ ਦਾ ਪਿੰਡ ਆ ਇਹ। ਅਸੀਂ ਉੱਥੇ ਇਸ ਵਕਤ ਬੈਠੇ ਹੋਏ ਆ ਤੇ ਪ੍ਰੋਫੈਸਰ ਸਾਹਿਬ ਤੁਹਾਡਾ ਧੰਨਵਾਦ, ਅਵਤਾਰ ਜੀ ਤੁਹਾਡਾ ਵੀ ਧੰਨਵਾਦ ਹੈ ਨਾ, ਵੀ ਬਹੁਤ ਕੁਝ ਨਾ ਕਈ ਸਿੱਖਣ ਨੂੰ ਮਿਲਦਾ ਹੋਵੇ। ਦਰਸ਼ਕੋ ਮੇਰੀ ਤਾਂ ਨਾ ਇੱਥੇ ਆਉਣ ਦਾ ਕਹ ਲਓ ਕਿ ਦਿਨ ਸਫਲਾ ਤਾਂ ਹੀ ਮੰਨੂਗਾ ਅਗਰ ਤੁਸੀਂ ਨਾ ਵਿਸ਼ੇ ਜ਼ਰੂਰੀ ਨਹੀਂ ਇਹਨਾਂ ਦਾ ਹੀ ਕਿਸੇ ਵੀ ਸਾਹਿਤਕਾਰ ਦਾ ਖਰੀਦਣ ਦਾ ਤੇ ਪੜ੍ਹਨ ਦਾ ਨਾ ਚਸ ਪਾਓ ਤੇ ਹੌਲੀ ਹੌਲੀ ਤੁਸੀਂ ਇਹਨਾਂ ਦੀਆਂ ਵੀ ਖਰੀਦੋਗੇ। ਕਈ ਵਾਰੀ ਇਹ ਨਹੀਂ ਹੁੰਦਾ ਵੀ ਆਪਾਂ ਨਾਮੀ ਬ੍ਰਾਂਡ ਦੇ ਹਨਾ ਰਾਈਟਰ ਦੇ ਖਰੀਦਣਾ ਹੁੰਦਾ, ਕਿਸੇ ਦਾ ਵੀ ਖਰੀਦੋ, ਪੜ੍ਹਨਾ ਸ਼ੁਰੂ ਕਰੋ, ਕੁਝ ਨਾ ਕੁਝ ਤੁਹਾਨੂੰ ਮਿਲੂਗਾ। ਬਿਲਕੁਲ ਜੀ ਬਿਲਕੁਲ। ਤੇ ਮੈਨੂੰ ਵੀ ਇਹੀ ਬਹੁਤ ਕੁਝ ਸਿੱਖਦਾ ਰਹਿਣਾ ਤੇ ਹੁਣ ਵੀ ਮੈਂ ਸਿੱਖਦਾ ਰਹਿਣਾ ਤੇ ਕਿਤਾਬਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਤਾਂ ਕਿ ਇਹਨਾਂ ਨਾਲ ਆਸਰਾ ਮਿਲਦਾ ਯਾਰ ਕਵੀਆਂ ਨੂੰ। ਇਹ ਕਹ ਲਓ ਕਿ ਸਮਾਜ ਦਾ ਐਸਾ ਪੱਖ ਜਿਹੜਾ ਕਿ ਕਿਤੇ ਨਾ ਕਿਤੇ ਮਿਹਨਤ ਬਹੁਤ ਕਰਦਾ ਤੇ ਰਹਿ ਪਿੱਛੇ ਜਾਂਦਾ, ਬਿਲਕੁਲ ਜੀ, ਦਿਖਾਵੇ ਦੀ ਦੁਨੀਆ ਦੇ ਵਿੱਚ। ਸੋ ਦਰਸ਼ਕੋ ਤੁਹਾਡਾ ਧੰਨਵਾਦ, ਅਗਲੀ ਵਾਰੀ ਫਿਰ ਕਿਸੇ ਨਵੇਂ ਵਿਸ਼ੇ ਨਾਲ ਮਿਲਾਂਗੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।